ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ। ਇਹੀ ਹੈ। ਸੋ ਅਸੀਂ ਕਰ ਚੱਲੇ ਸਲਾਮ ਅੱਜ ਕੈਨੇਡਾ ਨੂੰ। ਨਹੀਂ, ਅਜੇ ਕੈਨੇਡਾ ਦੇ ਵਿੱਚ ਹੀ ਰਹਿਣਾ। ਸੱਚ ਸਰੀ ਨੂੰ ਸਲਾਮ ਕਰ ਚੱਲੇ। 2 ਦਿਨ ਹੋਰ ਆ ਬਸ ਕੈਨੇਡਾ ਦੇ ਵਿੱਚ। ਇੱਥੋਂ ਹੁਣ ਮੌਂਟਰੀਅਲ ਅਤੇ ਟੋਰਾਂਟੋ। ਰੱਖੜੀਆਂ ਦੀਆਂ ਨਾ ਇਹ ਦੁਕਾਨਾਂ ਇੰਡੀਆ ਭਾਵੇਂ ਸਜੀਆਂ ਹੋਣ ਕਿ ਨਾ, ਕੈਨੇਡਾ 'ਚ ਸਜ ਗਈਆਂ। ਰੱਖੜੀ ਕਿੰਨੀ ਤਰੀਕ ਨੂੰ ਹੈ ਜੀ? 12 ਤਰੀਕ ਦੀ ਅਗਸਤ ਦੀ। ਰੈਡੀ ਹੋ ਜਾ ਭੈਣ। ਉਹ ਵੀ ਦਿਖਾਇਆ ਸੀ। ਦੇਖਿਓ ਤੇ ਕਿੰਨੀ ਐਕਟੀਵਿਟੀ ਹੈ। ਆਹੋ ਹੈਨਾ? ਹਾਂ, ਦੇਖ ਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਇੱਥੇ ਅਸੀਂ ਆ ਪੰਜਾਬੀ ਮਾਰਕੀਟ ਹੈ ਨਾ, ਸਕਾਟ ਰੋਡ ਹੈ ਨਾ। ਹਾਂ, ਇੱਥੇ ਅਸੀਂ ਉਹ ਰੱਖੜੀਆਂ ਵਾਲੀ ਦੁਕਾਨ ਜਿਹਦੇ ਰੁਕੇ ਸੀ, ਉੱਥੇ ਇੱਕ ਆਂਟੀ ਸੀ, ਜਾਣੀ ਕਿ ਵੀ ਬਾਹਲੇ ਨਾਈ ਸੀ ਨਾ। ਕਹਿੰਦੇ ਮੈਨੂੰ 40 ਸਾਲ ਹੋ ਗਏ ਇਸੇ ਦੁਕਾਨ ਦੇ ਉੱਤੇ। ਅਤੇ ਇੱਦਾਂ ਹੀ ਆ ਜਿਵੇਂ ਕਿਸੇ ਨਾਲ ਵੀ ਗੱਲ ਸਟਾਰਟ ਕਰ ਲੈਂਦਾ ਹੈ ਨਾ, ਚਗਾਉਣਾ ਹੈਗਾ। ਅਤੇ ਗੱਲ ਵਧੀਆ ਹੋ ਗਿਆ, ਸਟਾਰਟ ਹੋ ਗਈ। ਅਤੇ ਬੜੀ ਵਧੀਆ ਸੀ ਕਨਵਰਸੇਸ਼ਨ। ਵੀ ਇਹੀ ਦੱਸਦੇ, ਕਹਿੰਦੇ ਸਭ ਤੋਂ ਪੁਰਾਣੀ ਜਿਹੜੀ ਪੰਜਾਬੀ ਮਾਰਕੀਟ ਹੁੰਦੀ ਸੀ ਇਹ ਹੁੰਦੀ ਸੀ। ਅਤੇ ਜਾਂ ਵੈਨਕੂਵਰ ਹੈ ਨਾ। ਆਹੋ, ਪੰਜਾਬੀ ਮਾਰਕੀਟ ਹੀ ਆਉਂਦੇ ਸੀ। ਅਤੇ ਜਿਹੜਾ ਪਾਇਲ ਪਲਾਜ਼ਾ ਵਗੈਰਾ ਉਹ ਤਾਂ ਜੇ ਕਹਿੰਦੇ ਵੀ ਨਵਾਂ ਵਾ। ਸੋ ਉਹ ਦੱਸਦੇ ਸੀ ਕਿ ਮੈਂ ਜਦੋਂ ਹੁਣ ਜਿੱਦਾਂ ਉਹਨਾਂ ਨਾਲ ਗੱਲ ਕੀਤੀ ਹਾਂ ਬਈ ਉਹੀ ਦੱਸਿਆ ਵੀ ਸਾਬੀ ਵੀ ਕਹਿੰਦਾ, ਸਾਰੇ ਕਹਿੰਦੇ ਇੱਥੇ ਭੱਜ ਦੌੜ ਵਾ। ਉਹ ਕਹਿੰਦੇ ਮੈਨੂੰ 40 ਸਾਲ ਹੀ ਸੀ ਸ਼ੌਪ ਤੇ ਹੋ ਗਏ। ਇੱਕ ਗੱਲ ਮੈਂ ਨੋਟਿਸ ਕੀਤੀ, ਉਹਨਾਂ ਦੇ ਚਿਹਰੇ ਦਾ ਜਿਹੜਾ ਨੂਰ ਆ, ਉਹਨਾਂ ਤੋਂ ਪੋਜ਼ਿਟਿਵ ਵੇਵਸ ਆਉਂਦੀਆਂ ਸੀਗੀਆਂ। ਉਹਨਾਂ ਦੀ ਉਮਰ ਲੱਗਦੀ ਨਹੀਂ। ਉਮਰ ਉਹ ਜੇ ਸੱਚ ਪੁੱਛੋ ਜਿੰਨੇ ਕਿ ਮੇਰੇ ਚਿੱਟੇ ਆ, ਉਹ ਮੇਰੀ ਉਮਰ ਦੇ ਹੀ। ਪਰ ਉਹ ਬਾਅਦ 'ਚ ਪਤਾ ਲੱਗਾ ਵੀ ਉਹਨਾਂ ਦੀ ਉਮਰ ਕਾਫੀ ਹੈ। $2 ਤੋਂ ਸਟਾਰਟ ਕੀਤਾ ਸੀ ਕੰਮ। $2 ਤੋਂ। ਹਾਂ, ਉਹ ਸ਼ੌਪ ਤੇ ਆ ਪਿਛਲੇ 40 ਸਾਲ। ਉਹ ਵੀ ਇਹੀ ਗੱਲ ਕਰਨ ਰਹੇ ਵੀ ਇੱਥੇ ਲੋਕੀ ਆਪ ਹੀ ਉਹਦੇ ਚੱਕਰ 'ਚ ਪੈਂਦੇ ਆ। ਇੱਕ ਘਰ ਲੈ ਲਈਏ, 2 ਅਪਾਰਟਮੈਂਟ ਲੈ ਲਈਏ, ਫਲਾਣ ਢੀਂਗ ਨਾ ਥੋੜ੍ਹਾ ਜਿਹਾ ਜ਼ਿਆਦਾ ਐਂ ਲੱਗਾ ਦੱਸਣਗੇ। ਆ ਜ਼ਾਹਰ ਹੀ ਦੇਣਾ ਵੀ ਨਹਾਉਣਾ ਵਾ ਠੰਡੇ ਪਾਣੀ ਨਾਲ। ਆਈ ਹੋਪ ਅੱਗੇ ਜਾ ਕੇ ਗਰਮ ਪਾਣੀ ਹੁਣ ਘਰਾਂ 'ਚ ਮਿਲ ਜੂਗਾ। ਹੁਣ ਪਤਾ ਨਹੀਂ ਵੀ ਕੀ ਹੋਇਆ, ਵੀ ਫਾਲਟ ਪਿਆ ਵਾ ਕਿ ਇਹਦੇ ਘਰ ਵਾਲਿਆਂ ਨੇ ਹੁਣ ਧੱਕਾ ਹੀ ਕਰ ਗਿਆ ਵੀ ਪ੍ਰਾਹੁਣਾ ਆਇਆ ਪਾਣੀ ਜ਼ਿਆਦਾ ਵਰਤੂਗਾ। ਆਈ ਡੋਂਟ ਨੋ ਹੈ। ਰੋਜ਼ ਠੰਡੇ ਨਾਲ ਨਹਾਤੇ ਆ, ਸੋ ਟੂ ਮਚ ਠੰਡਾ। ਤੇਰਾ ਕੋਈ ਨਹੀਂ ਗਾ, ਤੂੰ ਟੈਨਸ਼ਨ ਲੈਣਾ ਦੁਨੀਆ ਦੀ ਅੰਦਰ ਲਾਈਆਂ ਬਾਹਰ ਲਾਈਆਂ। ਇਹੀ ਤਾਂ ਤੇਰੇ ਤੋਂ ਕੁਆਲਿਟੀ ਸਿੱਖਣੀ। ਹਾਂਜੀ ਓਕੇ ਜੀ, ਸਾਬੀ ਚੱਲਾ ਅੱਜ ਤੇ ਹੈਵ ਸੇਵ ਚਰਨੀ। ਤੇ ਮੈਂ ਚੱਲਾਂ ਵੈਨਕੂਵਰ ਨੂੰ ਮੇਲਾ ਦਿਖਾਉਣ ਅੱਜ। ਅੱਗੇ ਵੀ ਪਹਿਲਾਂ ਮੈਨੂੰ ਕਹਿ ਚੁੱਕਾ, ਕਹਿੰਦਾ ਹੈਵ ਸੇਵ ਜਰਨੀ। ਫਿਰ ਮੈਂ ਕੁਝ ਬੋਲਿਆ ਨਹੀਂ। ਕਹਿੰਦਾ ਤੂੰ ਵੀ ਕਹਦੇ ਸਾਲਿਆ ਹੈਵ ਸੇਵ ਸਰਜਰੀ। ਇਹਦੀ 18 ਨੂੰ ਆ ਨਾ ਤੇਰੀ? 18 ਨੂੰ MRI ਆ। ਉਹ ਤੋਂ ਬਾਅਦ ਲੱਗਣਾ। ਵਧੀਆ ਜੀ ਲੱਗਾ ਸੀ, ਇੰਨੇ ਚਿਰ ਬਾਅਦ ਇਹਨੂੰ ਮਿਲਿਆ ਸੀ ਨਾ। ਵਧੀਆ ਉੱਦਾਂ ਜਾਣ ਨੂੰ ਜੀਆ ਨਹੀਂ ਕਰਦਾ, ਪਰ ਕੰਮ ਕਾਰ ਆ ਭਾਈ। ਸਾਡਾ ਔਰਾ ਹੀ ਇਦਾਂ ਦਾ ਆ। ਔਰਾ ਹੀ ਇਦਾਂ ਦਾ। ਸਹੀ ਗੱਲ ਆ। ਚਲੋ ਠੀਕ ਹੈ ਭਾਜੀ, ਓਕੇ ਜੀ। ਹਾਂ, ਮੇਲਾ ਕਵਰ ਕਰਨ ਚੱਲਿਆ। ਕਲਿੱਕਾਂ ਕਰਦੇ ਆ, ਕਲਿੱਕਾਂ ਕਰਦੇ ਆ ਸਾਰੇ। ਜਲਦੀ ਸ਼ੇਅਰ ਵੀ ਕਰ ਦਿਓ। ਇਹ ਸੀ ਮੇਰੀ ਸਟੇ ਇੱਥੋਂ ਦੀ। ਆ ਹਿੰਦੀ ਸਾਹਿਬ ਦਾ ਰੇਡੀਓ, ਜਿੱਥੋਂ ਰੇਡੀਓ ਕਰਦਾ। ਅਤੇ ਆਹ ਇੱਕ ਰੂਮ ਜਿੱਥੇ ਮੈਂ ਗੱਦਾ ਸਿੱਟਿਆ ਸੀ। ਉੱਦਾਂ ਇੱਥੇ ਕੋਈ ਵੀ ਨਹੀਂ ਪੈਂਦਾ, ਇਹ ਇਕੱਲਾ ਇੰਨੇ ਹੋਏ। ਸੋ ਮੈਂ ਇੱਥੇ ਗੱਦਾ ਸਿੱਟ ਰਿਹਾ ਸੀ। ਅਤੇ ਹੁਣ ਪੈਕਿੰਗ ਕਰਨ ਡਿਆ ਖਲਾਰਾ। ਇੱਕ ਆਹ ਜੈਕਟ ਦਾ ਬਹੁਤ ਕਈ ਕਮੈਂਟਾਂ 'ਚ ਕਰਦੇ ਆ ਕਿ ਇੱਕੋ ਹੀ ਕੱਪੜੇ ਆ, ਕੱਪੜੇ ਬਦਲ ਲਾ। ਸੋ ਸਾਡੇ ਟਾਪੂ 'ਤੇ ਜੈਕਟਾਂ ਪੈਂਦੀਆਂ ਨਹੀਂ। ਕਦੇ ਠੰਡੀ ਕੰਟਰੀ ਆਈ ਉਦੋਂ ਹੀ। ਸੋ ਆਹ ਮੈਂ 5-6 ਸਾਲ ਪਹਿਲਾਂ ਲਈ ਸੀ, ਵਾਹਵਾ ਟਾਈਮ ਕੱਢ ਗਈ। ਪਰ ਇੱਥੇ ਇੱਕ ਥਾਂ ਦੂਸਰੀ ਬਾਂਹ ਰੋਟੀ ਬਣਾਉਂਦੇ ਆ ਕਿ ਜਾਂ ਕੁਛ ਚਾਹ ਚੂ ਬਣਾਉਂਦੇ ਆ, ਬਾਂਹ ਜੀ ਸੜ ਗਈ ਇਹਦੀ ਇੱਧਰੋਂ। ਹੁਣ ਚੱਲਦੀ ਤਾਂ ਹੈਗੀ ਆ, ਪਰ ਮੇਰੇ ਕੋਲ ਭਾਰ ਵੀ ਆਈ ਥਿੰਕ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਣਾ। ਅਤੇ ਮੈਂ ਕਿਹਾ ਛੱਡ ਜਾਂਦੇ ਇੱਥੇ ਹੀ। ਹਿੰਦੀ ਦੇ ਦੂਗਾ ਹੋਮਲੈਸ ਲੋਕਾਂ ਨੂੰ, ਉਹਨਾਂ ਦੇ ਕੰਮ ਆ ਜਾਣੀ ਵਧੀਆ। ਇੱਕ ਮੀਂਹ ਮੂੰਹ ਤੋਂ ਵੀ ਇੱਥੇ ਬਚਾ ਜਾ ਰਹਿੰਦਾ। ਉਹੋ ਜਿਹੀ ਆ। ਹਿੰਦੀ ਸਿੰਘ ਲਈ ਇਹ ਨੋਟ ਛੱਡਿਆ ਆਪਾਂ। ਅਫਕੋਰਸ ਮੈਸੇਜ ਵੀ ਕਰ ਸਕਦਾ, ਪਰ ਇਹ ਚੀਜ਼ਾਂ ਥੋੜ੍ਹੀਆਂ ਸਪੈਸ਼ਲ ਹੋ ਜਾਂਦੀਆਂ। ਅਤੇ ਕਈਆਂ ਨੂੰ ਲੱਗੂਗਾ ਵੀ ਸਪੈਸ਼ਲ ਇਹ 'ਚ ਕੀ ਆ ਨਾ, ਵੀ ਕਮਲੀਆਂ ਮਾਰਦਾ ਉਹ ਸਪੈਸ਼ਲ। ਪਰ ਆਈ ਥਿੰਕ ਕਾਫੀ ਜਾਣਿਆਂ ਤੁਹਾਡੇ 'ਚੋਂ ਫਿਗਰ ਆਊਟ ਕਰ ਲਿਆ ਹੋਊਗਾ ਕਿ ਮਸਤ ਮੌਲਾ ਦੁਨੀਆ ਦੀ ਪਰਵਾਹ ਨਹੀਂ ਕਰਦਾ। ਜਿੱਥੇ 5-7 ਜਾਣੇ ਹੋਣ ਉੱਥੇ ਜਾਣ ਕੇ ਹੀ ਉਹਨੇ ਇਹੋ ਜਿਹੀ ਗੱਲ ਕਰਨੀ ਹੈ ਕਿ ਲੋਕ ਉਹਨੂੰ ਬੇਵਕੂਫ ਸਮਝਣ। ਅਤੇ ਇੰਜੋਏ ਕਰਦਾ ਹੈ ਨਾ, ਡਜ਼ਨਟ ਮੈਟਰ। ਸਭ ਤੋਂ ਵੱਡੀ ਕੁਆਲਿਟੀ ਇਹ ਕਿ ਕੋਈ ਉਹਦੇ ਬਾਰੇ ਕੀ ਸੋਚੇ। ਅਤੇ ਉਹ ਚੀਜ਼ ਉਹਨੇ ਜੋ ਉੱਥੇ ਸੀ ਉਹ ਅੱਜ ਵੀ ਉਹ ਕੈਰੀ ਕਰਦਾ। ਅਤੇ ਇਹ ਚੀਜ਼ ਉਹ 'ਚ ਵਾਕਿਆ ਬੜੀ ਸਪੈਸ਼ਲ ਆ।
ਤੇ ਮੇਰਾ ਜਾਣ ਨੂੰ ਇੱਥੋਂ ਜੀ ਨਹੀਂ ਕਰਨ ਡਿਆ। ਤੇ ਇਹਦਾ ਮੇਨ ਕਾਰਨ ਇਹੋ ਹੀ ਹੈ ਕਿ ਇਹਦੇ ਨਾਲ ਵਾਹਵਾ ਜੀ ਲੱਗਾ ਸੀ। ਸਾਰੀ ਜਿਹੜੀ ਹੱਸੀ ਖੇਡੀ ਦਾ ਸੀ, ਬਾਹਰ ਜਾਈਦਾ ਸੀ, ਕਮਲੀਆਂ ਮਾਰੀ ਤੁਰੀਆਂ ਜਾਣੀਆਂ, ਦੀਨ ਦੁਨੀਆ ਨੂੰ ਫਿਰ ਜਿਹਨੂੰ ਮਰਜ਼ੀ ਬੁਲਾ ਲੈਣਾ। ਇੱਦਾਂ ਰੈਂਡਮਲੀ ਕਿਸੇ ਨੂੰ ਬੁਲਾ ਲੈਣਾ ਇੱਕ ਕੁਆਲਿਟੀ ਹੈ, ਇੱਕ ਕਾਈਂਡ ਆਫ। ਤਾਂ ਤੁਸੀਂ ਉਹਨਾਂ ਗੱਲਬਾਤ ਸ਼ੁਰੂ ਕਰਦੇ, ਤੁਹਾਨੂੰ ਉਹਦੀ ਕਹਾਣੀ ਪਤਾ ਲੱਗਦੀ ਹੈ, ਉਹਦੇ 'ਚ ਕਾਫੀ ਕੁਝ ਇੰਟਰਸਟਿੰਗ ਹੁੰਦਾ। ਸੋ ਇਹਦੇ ਨਾਲ ਬੜੇ ਵਧੀਆ ਦਿਨ ਮੇਰੇ ਇੱਥੇ ਲੰਘੇ। ਅਤੇ ਘਰੇ ਵੀ ਇੱਥੇ ਵੀ ਇੱਕ ਦੂਜੇ ਨੂੰ ਤੰਗ ਪਰੇਸ਼ਾਨ ਕਰੀ ਜਾਣਾ, ਕਮਲੀਆਂ ਮਾਰੀ ਜਾਣੀਆਂ। ਸੋ ਐਨੀਵੇ ਗੁੱਡ ਟਾਈਮ ਬੀਤਿਆ। ਉੱਦਾਂ ਨੋਟ ਮੈਂ ਨਹਾਉਣ ਤੋਂ ਪਹਿਲਾਂ ਲਿਖਿਆ ਸੀ, ਅਤੇ ਜਦੋਂ ਮੈਂ ਨਹਾ ਕੇ ਵਾਪਸ ਆਇਆ ਜੀਤ ਕਰਦਾ ਸੀ ਜਾਂਦੇ ਹਾਰੀ ਬਾਹਰ ਪਾੜਦਾ। ਠੰਡੇ ਪਾਣੀ ਨਾਲ ਨਹਾ ਕੇ ਮੱਤ ਮਰ ਗਈ ਆ। ਅੱਜ ਵੀ ਇੰਨਾ ਠੰਡਾ ਸੀ ਕਿ ਪੈਰ ਦੁਖਦੇ ਨਾ ਲਿਟਰਲੀ, ਯਾਨੀ ਕਿ ਜਿੱਦਾਂ ਠੰਡ ਦੇ ਵਿੱਚ ਆਪਾਂ ਪੈਰ ਨਹੀਂ ਬਰਫਾਂ ਤੋਂ ਤੁਸੀਂ ਇੱਥੇ ਕੈਨੇਡਾ ਵਾਲੇ ਦੇ ਸਪੋਜ਼ ਜਿਹੜੇ ਰਹਿੰਦੇ ਹੀ ਆ ਕਿ ਉਂਗਲਾਂ ਦੁਖਣ ਲੱਗ ਪੈਂਦੀਆਂ ਹਨ ਠੰਡ ਨਾਲ, ਪੈਰਾਂ ਦੀਆਂ ਜਾਂ ਹੱਥਾਂ ਦੀਆਂ, ਉਹ ਹਾਲ ਆ। ਇੰਨਾ ਠੰਡਾ ਪਾਣੀ ਇੰਨਾ ਨਹਾਈ ਦਾ। ਚਲੋ ਇਹ ਵੀ ਯਾਦ ਰਹੂਗਾ। ਤੇ ਖੜ ਕੇ ਜੇ ਲੋੜ ਹੋਏ ਮਿੱਤਰਾਂ ਦੇ। ਫਲਾਈਟ ਇੱਥੋਂ ਹੈਗੀ ਆ ਮੇਰੀ ਵੈਸਟਜੈਟ ਦੀ। ਪਹਿਲਾਂ ਤਾਂ ਕੈਲਗਰੀ ਤੋਂ ਸਿੱਧੀ ਕੈਲਗਰੀ ਆਖਣ ਡਿਆ, ਵੈਨਕੂਵਰ ਤੋਂ ਸਿੱਧੀ ਸੀ ਮੌਂਟਰੀਅਲ ਦੀ, ਪਰ ਇਹਨਾਂ ਨੇ ਚੇਂਜ ਕਰਤੀ। ਹੁਣ ਮੇਰੀ ਕੈਲਗਰੀ ਕੋਈ ਸਵਾ ਕੁ ਘੰਟਾ ਸਟੇ ਹੋਣੀ ਆ। ਮੈਂ ਬਣ ਚੁੱਕਾ ਹੁਣ ਪ੍ਰੋ ਟਰੈਵਲਰ। 4 ਬੋਰਡਿੰਗ ਪਾਸ ਆ ਨਾ, 4 ਫਲਾਈਟਾਂ ਚੇਂਜ ਕਰਨੀਆਂ ਵਾ। ਇਹ ਵੀ ਜੇ ਘਰ ਤੱਕ ਨਹੀਂ, ਅਜੇ 5ਵੀਂ ਮੇਰੇ ਫੋਨ ਦੇ ਵਿੱਚ, ਜਾਣੀ ਕਿ ਹੈਗੀਆਂ ਮੇਰੀਆਂ ਬਾਰਸਲੋਨਾ ਤੱਕ। ਸੋ ਆਹ ਲਾ ਲਓ ਤੁਸੀਂ ਇੱਥੋਂ ਕੈਲਗਰੀ, ਵੈਨਕੂਵਰ ਟੂ ਕੈਲਗਰੀ, ਕੈਲਗਰੀ ਟੂ ਮੌਂਟਰੀਅਲ, ਮੌਂਟਰੀਅਲ ਟੂ ਟੋਰਾਂਟੋ, ਟੋਰਾਂਟੋ ਟੂ ਬਾਰਸੀਲੋਨਾ, ਅਤੇ ਬਾਰਸੀਲੋਨਾ ਤੱਕ ਅੱਗੇ ਘਰ ਦੀ ਉਹ ਫੋਨ 'ਤੇ ਹੀ ਹੈ ਮੇਰੇ ਬੋਰਡਿੰਗ ਪਾਸ। ਇਹਨਾਂ ਦਾ ਵੀ ਹੋ ਗਿਆ ਸੀ, ਪਰ ਇਹਨਾਂ ਦੇ ਮੇਰੇ ਕੋਲ 2 ਨਿਕਲਦੇ ਸੀ ਫੋਨ 'ਤੇ। ਅੱਗੇ ਟੋਰਾਂਟੋ ਤੋਂ ਸਪੇਨ ਵਾਲਾ ਨਹੀਂ ਨਿਕਲ ਰਿਹਾ, ਉਹ ਮੇ ਵੀ ਇਹਨਾਂ ਨੂੰ ਕੋਈ ਵੈਰੀਫਿਕੇਸ਼ਨ ਕਰਕੇ ਕੱਢਣਾ ਹੋਵੇ। ਅਤੇ ਇਹ ਹੈ ਜੀ ਆਪਣੇ ਹੁਣ ਚਾਰੇ ਸਾਂਭ ਕੇ ਰੱਖਣੇ ਪੈਣੇ ਆਪਾਂ। ਵੈਨਕੂਵਰ ਕੋਈ ਆਉਂਦਾ ਹੁੰਦਾ ਸੀ, ਚੈੱਕ ਇਨ ਵੈਨਕੂਵਰ ਕਰਦਾ ਹੁੰਦਾ ਸੀ, ਤਾਂ ਅਕਸਰ ਕਿਤੇ ਨਾ ਕਿਤੇ ਆਪਾਂ ਉਹੜੇ ਖਿੱਤੇ ਤੋਂ ਆਉਂਦੇ ਹਾਂ, ਮੈਂ ਵੀ ਉਹੜੇ ਖਿੱਤੇ ਤੋਂ ਆਉਣਾ ਜਿਹਦੇ ਵਿੱਚ ਕੈਨੇਡਾ ਦਾ ਖਾਸਾ ਕਰੇਜ਼ ਆ ਨਾ। ਅਤੇ ਉਹ ਲੱਕੀ ਮੰਨੀਦਾ ਹੁੰਦਾ ਸੀ ਨਾ ਵੀ ਕਾਇੰਡ ਆਫ ਜਿਹੜਾ ਵੈਨਕੂਵਰ ਚਲਾ ਗਿਆ, ਕੈਨੇਡਾ ਚਲਾ ਗਿਆ। ਸੋ ਫਾਈਨਲੀ ਆਪਾਂ ਵੀ ਉਹਦੀ ਧਰਤੀ ਨੂੰ ਛੋਹ ਕੇ ਘੁਮਾ ਕੇ ਪਹੁੰਚ ਚੱਲੇ ਹਾਂ ਵਾਪਸ ਘਰਾਂ ਨੂੰ। ਅਤੇ ਚੰਗਾ ਕੀਤਾ ਮੈਂ ਆਇਆ, ਬੜਾ ਕੁਛ ਸਿੱਖਿਆ ਇੱਥੋਂ। ਉਹ ਬੈਕ ਉੱਥੇ ਕੰਮ ਆਊਗਾ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਸ਼ੇਅਰ ਤੁਹਾਡੇ ਨਾਲ ਵੀ ਕਰੂੰਗਾ, ਜਿੱਦਾਂ ਮੈਂ ਕਿਹਾ ਕਿ ਇੱਕ ਵੀਡੀਓ ਬਣਾਊਂਗਾ ਡਿਟੇਲ। ਇੱਥੇ ਕੱਲ੍ਹ ਕਿਤੇ ਟੋਰਨੈਡੋ ਆਇਆ ਸੀ ਕੈਲਗਰੀ ਵਾਲਾ, ਕੋਈ ਐਡਾ ਖਾਸ ਤਾਂ ਨਹੀਂ, ਪਰ ਇੱਥੇ ਜਿਹੜੀ ਇੱਕ ਇਹਨਾਂ ਦੀ ਕੰਪਨੀ ਹੈ ਰੋਜਰਸ ਦੀ, ਉਹਦਾ ਕੱਲ੍ਹ ਦਾ ਨੈੱਟ ਬੁਰੇ ਹਾਲ ਸੀ। ਇਕੱਲਾ ਨੈੱਟ ਹੀ ਨਹੀਂ, ਵੈਸੇ ਵੀ ਕਾਲਾਂ ਨਹੀਂ ਸੀ ਲੱਗ ਰਹੀਆਂ, ਸਾਰਾ ਸਿਸਟਮ ਹੀ ਡਾਊਨ ਸੀ। ਰੈਸਟੋਰੈਂਟਾਂ ਦੇ ਕਾਰਡ ਨਾਲ ਪੇ ਨਹੀਂ ਸੀ ਕਰ ਸਕਦੇ, ਟਰਾਂਸਫਰ ਨਹੀਂ ਹੁੰਦੇ ਸੀ, ਐਮਰਜੈਂਸੀ ਸਰਵਿਸਿਸ ਪ੍ਰਭਾਵਿਤ ਹੋ ਗਈਆਂ ਸੀ। ਸੋ ਕੱਲ੍ਹ ਤਾਂ ਜਿਨ੍ਹਾਂ ਕੋਲ ਉਹੜੀ ਸਿਮ ਸੀ ਜਾਂ ਜਿਨ੍ਹਾਂ ਦਾ ਈਵਨ ਲੈਂਡਲਾਈਨ ਦਾ ਕਨੈਕਸ਼ਨ ਉਹੋ ਜਿਹਾ ਸੀ, ਉਹਨਾਂ ਨੇ ਕੱਲ੍ਹ ਬਾਬੇ ਆਦਮ ਦੇ ਜ਼ਮਾਨੇ ਵਾਲੀ ਦੁਨੀਆ ਕੱਟੀ। ਗੱਲ ਉਹਨਾਂ ਨੇ ਪਤਾ ਨਹੀਂ ਵਧੀਆ ਕਿ ਮਾੜਾ, ਚਲੋ ਆਈ ਹੋਪ ਕਿਸੇ ਦਾ ਨੁਕਸਾਨ ਨਾ ਹੋਇਆ ਹੋਵੇ। ਜਿੱਦਾਂ ਕਹਿੰਦੇ ਵੀ 911 ਉਹ ਵੀ ਪ੍ਰਭਾਵਿਤ ਸੀ। ਸੋ ਹੋਰ ਵੀ ਈਵਨ ਕਿਸੇ ਨੇ ਕੋਈ ਪੈਸੇ ਟਰਾਂਸਫਰ ਕਰਨੇ ਆ, ਕਿਸੇ ਨੇ ਕੋਈ ਟਿਕਟ ਲੈਣੀ ਆ। ਸੋ ਕੱਲ੍ਹ ਕੁਛ ਵੀ ਨਹੀਂ ਸੀ ਇੱਦਾਂ ਦਾ ਹੋ ਰਿਹਾ ਇੱਥੇ ਕੈਨੇਡਾ ਦੇ ਵਿੱਚ। ਫਲਾਈਟ ਤਾਂ ਪਹੁੰਚ ਗਈ ਕੈਲਗਰੀ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਜੇ ਮੇਰਾ ਲੱਗੇਜ ਇੱਥੋਂ ਕੱਢਣਾ ਇਹਨਾਂ ਨੇ ਦੂਸਰੇ ਦੇ ਵਿੱਚ, ਪਤਾ ਨਹੀਂ ਪਾਉਣਗੇ ਕਿ ਨਹੀਂ, ਕੀ ਕਰਨਗੇ। ਅਤੇ ਨੈਕਸਟ ਫਲਾਈਟ ਉੱਡਣ ਦੇ ਵਿੱਚ ਮੇਰੇ ਇੱਥੋਂ 20 ਮਿੰਟ ਰਹਿ ਗਏ ਆ। ਲੈਟਸ ਸੀ ਕੀ ਹੁੰਦਾ।
ਹਾਈਕਿੰਗ ਵਾਲਾ ਜ਼ੋਰ ਹੋ ਗਿਆ, ਪਰ ਅਜੇ ਹੋਈ ਨਹੀਂ ਬੋਰਡਿੰਗ ਸਟਾਰਟ। ਸੋ ਪਹੁੰਚ ਜਾਗੇ। ਗੇਟ ਬੜੀ ਦੂਰ ਸੀ ਇਹ ਤੋਂ ਸੀ। ਇੱਕ ਗੱਲ ਹੋਰ ਕਿ ਇੱਥੇ ਕੋਈ ਆਉਂਦਾ ਨਾ, ਕੋਈ ਸਟਕ ਹੁੰਦਾ ਰਾਤ, ਫਲਾਈਟ ਮਿਸ ਹੋ ਜਾਂਦੀ ਆ ਜਾਂ ਲੰਘ ਜਾਂਦੀ ਆ। ਮੈਂ ਅੱਗੇ ਜਿੰਨੀ ਏਰੀ ਆਇਆ ਇੱਥੇ ਕੈਲਗਰੀ, ਇਹ ਗੇਟ ਵੱਲ ਕੋਈ ਏਡਾ ਵਧੀਆ ਨਹੀਂ ਨਾ। ਇਹ ਤੋਂ ਸੀ ਵੱਲ ਨੂੰ ਆਉਂਦੇ ਆ ਨਾ, ਅਤੇ ਬੜੇ ਵਧੀਆ ਸੋਫੇ ਸਾਫੇ ਜਿਹੇ ਲੱਗੇ ਗਏ ਪਏ, ਕਈ ਥਾਂ ਮੈਟ ਮੂਟ ਵਧੀਆ ਵਿਛਿਆ। ਸੋ ਰਾਤ ਬੰਦਾ ਐਨ ਆਰਾਮ ਨਾਲ ਸੌਂ ਸਕਦਾ ਵੀ, ਜਾਂ ਬਹਿਣਾ ਵੀ ਆ ਅਤੇ ਜ਼ਿਆਦਾ ਕੰਫਰਟੇਬਲ ਸੀਟਾਂ ਇੱਧਰਲੀ ਸਾਈਡ ਨੂੰ। ਫਾਈਨਲੀ ਬ੍ਰੇਕਿੰਗ ਬੈਡ ਵੀ ਮੁਕਾ ਦੇਣਾ। ਇਹ ਬੜੀ ਵਾਰੀ ਮੈਨੂੰ ਇੱਕ ਇੱਕ ਸੀਜ਼ਨ ਕਰਕੇ ਪਿੱਛੇ ਵੇਖਣਾ ਪਿਆ ਵੀ, ਕਈ ਵਾਰੀ ਸ਼ੁਰੂ ਕੀਤਾ, ਫਿਰ ਕਈ ਮਹੀਨੇ ਲੰਘ ਗਏ, ਫਿਰ ਸਟੋਰੀ ਨਹੀਂ ਯਾਦ ਰਹਿੰਦੀ ਹੁੰਦੀ, ਫਿਰ ਵੀ ਪਿੱਛੋਂ ਕਾਫੀ ਸਟਾਰਟ ਕਰਨਾ ਪੈਣਾ। ਇੱਦਾਂ ਹੀ ਗੇਰ ਹੀ ਰਹਿ ਗਿਆ। ਹੁਣ ਰਹਿ ਗਏ ਇਹਦੇ ਲਾਸਟ 12 13 14 15 16 ਐਪੀਸੋਡ। 4.25 ਘੰਟੇ ਦੀ ਫਲਾਈਟ ਆ, ਇਹ 'ਚ ਆਪਾਂ ਬੰਨੇ ਲਾ ਦੇਣੇ ਆ। ਇੱਕ ਮੈਂ ਗਲਤੀ ਬਹੁਤ ਵੱਡੀ ਕੀਤੀ ਕਿ ਟੋਰਾਂਟੋ ਏਅਰਪੋਰਟ ਬਾਹਲਾ ਹੀ ਮਾੜਾ ਚੱਲ ਰਿਹਾ ਇਸ ਵੇਲੇ। ਸੋ ਉੱਥੇ ਲਗੇਜ ਨਹੀਂ ਪਹੁੰਚ ਰਹੇ, ਫਲਾਈਟਾਂ ਕੈਂਸਲ, ਇਹ ਬਹੁਤ ਬੁਰਾ ਹਾਲ ਆ। ਅਤੇ ਮੈਨੂੰ ਆਪਣੇ ਬੈਗ ਦੇ ਉੱਤੇ ਜਿਹੜਾ ਮੈਂ ਚੈੱਕ ਇਨ ਕਰਾਇਆ ਉੱਤੇ ਟੈਗ ਲਾਉਣਾ ਚਾਹੀਦਾ ਸੀ, ਐਡਰੈਸ ਵਾਲਾ ਨਾਂ ਨੂੰ ਲਿਖ ਕੇ ਨਾ, ਕਿਉਂਕਿ ਜੇ ਉੱਪਰ ਨੰਬਰ ਲਿਖਿਆ, ਨਾਂ ਲਿਖਿਆ, ਤਾਂ ਉਹਨਾਂ ਵਾਸਤੇ ਕੰਟੈਕਟ ਕਰਨਾ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ, ਕਿਉਂਕਿ ਜਿੰਨੇ ਬੈਗ ਆ ਉਹਦੇ ਵਿੱਚ ਜਿਹੜਾ ਦੂਸਰਾ ਟੈਗ ਲੱਗਾ ਵਾ ਉਹ ਲੱਥ ਲੁੱਥ ਸਕਦਾ ਵਾ। ਅਤੇ ਪਲੱਸ ਜੇ ਮੈਂ ਰਿਪੋਰਟ ਵੀ ਕਰਦਾ ਵਾਂ ਅਤੇ ਗਵਾਚ ਜੇ ਅਤੇ ਈਜ਼ੀ ਲੱਭਿਆ ਜਾਂਦਾ। ਸੋ ਬੇਵਕੂਫੀ ਜੀ ਥੋੜ੍ਹੀ ਜਿਹੀ ਕਰ ਗਿਆ। $10-15 ਦਾ ਟੈਗ ਆਉਣਾ ਸੀ, ਉਹ ਆਈ ਥਿੰਕ ਲੈ ਹੀ ਲੈਣਾ ਚਾਹੀਦਾ ਹੈ ਨਾ। ਸਿੱਖਾਂਗੇ ਕੁਛ ਹੌਲੀ ਹੌਲੀ। ਸੋ ਫਾਰ ਜਿੰਨੀਆਂ ਵੀ ਅਨਾਊਂਸਮੈਂਟ ਸੀ ਉਹ ਇੰਗਲਿਸ਼ ਹੁੰਦੀਆਂ ਸੀ ਸਟਾਰਟ। ਸੋ ਇਹ ਹੁਣ ਚੱਲੀ ਮੌਂਟਰੀਅਲ, ਫਰੈਂਚਾਂ ਦੇ ਗੜ੍ਹ ਦੇ ਵਿੱਚ, ਜਿੱਥੇ ਉਹ ਕਹਿੰਦੇ ਵੀ ਲੋਕੀ ਕਈ ਇੱਦਾਂ ਦੇ ਬਹੁਤ ਸਾਰੇ ਲੋਕੀ ਆ ਵੀ ਜਿਹੜੇ ਇੰਗਲਿਸ਼ ਨਹੀਂ ਬੋਲਣਾ ਚਾਹੁੰਦੇ ਨਾ। ਸੋ ਇੱਥੇ ਹੁਣ ਫਲਾਈਟ ਦੇ ਜਿਹੜੀ ਫਸਟ ਅਨਾਊਂਸਮੈਂਟ ਆ ਉਹ ਫਰੈਂਚ ਦੇ ਵਿੱਚ ਹੀ ਹੋਣ ਡਈ। ਮੌਂਟਰੀਅਲ ਆ ਗਿਆ। ਦੁਨੀਆ ਦੀ ਜਿਹੜੀ ਮਰਜ਼ੀ ਧਰਤੀ ਆ ਜੇ, ਜਿਹੜਾ ਮਰਜ਼ੀ ਸ਼ਹਿਰ ਆ ਜੇ, ਲਾਸ ਐਂਜਲਸ ਆ ਜੇ, ਵੈਨਕੂਵਰ ਆ ਜੇ, ਬਾਰਸੀਲੋਨਾ ਆ ਜੇ, ਵਾਟਐਵਰ, ਮਜ਼ਾ ਜਿਹੜਾ ਆਉਂਦਾ ਨਾ ਅੰਮ੍ਰਿਤਸਰ ਇੱਦਾਂ ਪਤਾ ਲੱਗਦਾ ਵਾ ਥੱਲੇ ਪਿੰਡ ਜਿਹੇ ਦੀ ਦੇ ਘਰ ਦੀ ਦੇ ਆ, ਹੁਣ ਲੱਗੇ ਉਤਰਨ। ਉਹ ਜਾ ਵੱਖਰਾ ਪੱਧਰਾ ਇਲਾਕਾ ਇੱਧਰ ਵੀ, ਪਹਾੜੀ ਨਹੀਂ ਆਏ। ਮੌਂਟਰੀਅਲ ਹੈ। ਮਾਮਾ ਜੀ ਦੇ ਪਹੁੰਚ ਗਏ। ਮੈਂ ਹੁਣੇ ਫੋਨ ਆਨ ਕੀਤਾ, ਉਹਨਾਂ ਦਾ ਆ ਗਿਆ, ਮੈਂ ਬਾਹਰ ਹੀ ਆ। ਨੀਂਦ ਬੜੀ ਆਉਣ ਡਈ ਕਿਉਂਕਿ ਵੈਨਕੂਵਰ ਦੇ ਹਿਸਾਬ ਨਾਲ 4 ਵਜੇ ਉੱਥੇ ਹੈ ਨਾ। ਮੈਂ ਹਾਲੇ ਪੂਰਾ ਨੀਂਦ ਦਾ ਪੈਰਾ। ਕਾਰਤਿਕ ਨੇ ਨਾ ਇੰਗਲਿਸ਼ ਥੱਲੇ ਨਾਲ ਹੀ ਹੋ ਗਏ ਨਜ਼ਾਰੇ ਸ਼ੁਰੂ, ਜਿਹਦਾ ਡਰ ਸੀ। ਆਹਾ ਲੱਗੇ ਪਏ ਬਾਹਰ। ਇਹ ਸੋ ਆਈ ਥਿੰਕ ਟੋਰਾਂਟੋ ਦੀ ਸਿਚੁਏਸ਼ਨ ਬੜੀ ਬੈਡ ਹੋਊਗੀ। ਇੱਥੇ ਪੰਜਾਬੀ ਬਹੁਤ ਘੱਟ ਦਿਖੇ ਮੈਨੂੰ ਏਅਰਪੋਰਟ ਦੇ ਉੱਤੇ। ਅਫੀਸ਼ੀਅਲ ਜਾਨੀ ਕਿ ਕੰਮ ਕਰਨ ਵਾਲਾ ਤਾਂ ਸੋ ਫਾਰ ਮੈਨੂੰ ਇੱਕ ਵੀ ਨਹੀਂ ਦਿਖਿਆ। ਹੋਣਗੇ ਪਰ ਆਈ ਥਿੰਕ ਫਰੈਂਚ ਹੀ ਪ੍ਰੋਬਲਮ ਹੋਣੀ ਹੈ ਕਿ ਇੱਥੇ ਕੰਮ ਕਰਨ ਵਾਸਤੇ ਫਸਟ ਲੈਂਗੁਏਜ ਫਰੈਂਚ ਜ਼ਰੂਰ ਆਉਂਦੀ ਹੋਣੀ ਚਾਹੀਦੀ ਹੈ, ਅਤੇ ਉਹ ਅਜੇ ਆਪਣੇ ਪੰਜਾਬੀਆਂ ਦੀ ਨਹੀਂ ਪਕੜ ਹੋਣੀ ਇੱਥੇ। ਸੋ ਇਸੇ ਵਾਸਤੇ ਘੱਟ ਆ। ਜਿਹੜੇ ਮਾਮੇ ਨੂੰ ਮੈਂ ਮੇਰੇ ਖਿਆਲ ਦੇ ਨਾਲ ਮਿਲਣਾ
99 ਤੋਂ ਬਾਅਦ। ਸੋ 23 ਸਾਲ ਬਾਅਦ ਮੇ ਬੀ ਆਈ ਥਿੰਕ, ਮੈਨੂੰ ਨਹੀਂ ਯਾਦ ਚੰਗੀ ਤਰ੍ਹਾਂ। 99 ਦਾ ਤਾਂ ਮੈਨੂੰ ਚੇਤਾ ਵੀ 99 'ਚ ਇੰਡੀਆ ਆਏ ਸੀ ਤੇ ਉਦੋਂ ਮਿਲੇ ਸੀ, ਕਿਉਂਕਿ ਇਹ ਵੀ ਮਾਮਾ ਆਈ ਥਿੰਕ 85 ਸਮਥਿੰਗ ਦਾ 85-6 ਦਾ ਇੱਥੇ ਆਇਆ ਅਤੇ ਲੰਮਾ ਟਾਈਮ ਹੋ ਗਿਆ। ਅਤੇ ਮੇਰੇ 2 ਮਾਮੇ ਸੀ, 4 ਮਾਮੇ ਆ ਮੇਰੇ, ਇੱਕ ਦੀ ਡੈਥ ਹੋ ਗਈ, 3 ਰਹਿ ਗਏ। ਸੋ ਦੋਵਾਂ ਨਾਲ ਤਾਂ ਬੜੀ ਬਣਦੀ ਹੁੰਦੀ ਸੀ। ਅਤੇ 2 ਮਾਮੇ ਇੱਦਾਂ ਦੇ ਜਿੰਨਾ ਕੋਲ ਡਰ ਲੱਗਦਾ ਹੁੰਦਾ ਸੀ। ਇੱਕ ਇਹ ਕੈਨੇਡਾ ਵਾਲਾ ਅਤੇ ਇੱਕ ਇੰਡੀਆ, ਉਹ ਵੀ ਕੈਨੇਡਾ ਹੀ ਉੱਦਾਂ ਮੂਵ ਹੋ ਚੱਲੇ ਉਹ ਵੀ, ਕਿਉਂਕਿ ਉਹਨਾਂ ਦੇ ਨਿਆਣੇ ਕੈਨੇਡਾ ਰਹਿੰਦੇ ਆ। ਸੋ ਜਿਹੜੇ ਮਾਮੇ ਤੋਂ ਵੀ ਬੜੇ ਚਾਲੂ ਜਿਹੇ ਰਹੇ ਅਸੀਂ, ਕਿਉਂ ਗੱਲ ਘੱਟ ਹੁੰਦੀ ਸੀ ਜਿਹੜੇ ਮਾਮੇ ਨਾਲ ਵੀ। ਚਲੋ ਮਿਲੀਏ ਕਾਫੀ ਟਾਈਮ ਬਾਅਦ। ਅੱਗੇ ਦੀ ਜੋ ਹੁਣ ਵੀਡੀਓ ਇੱਦਾਂ ਹੀ ਆ, ਕੁਝ ਸ਼ਾਰਟਸ ਆ ਅਤੇ ਉਹਦੇ ਨਾਲ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਦੂੰਗਾ। ਉਹਦਾ ਕਾਰਨ ਇੱਕ, ਜਿੱਦਾਂ ਮੈਂ ਕਿਹਾ ਕਿ ਇੱਕ ਤਾਂ ਮੈਨੂੰ ਆਪਣੇ ਮਾਮੇ ਤੋਂ ਡਰ ਬਹੁਤ ਲੱਗਦਾ ਸੀ, ਅਤੇ ਸੈਕੰਡਲੀ ਜਦੋਂ ਮੈਂ ਮਾਮੇ ਨੂੰ ਪੁੱਛਿਆ ਕਿ ਭਰਾ ਦਾ ਕੀ ਹਾਲ ਆ, ਮੀਨਸ ਉਹਨਾਂ ਦੇ ਮੁੰਡੇ ਦਾ, ਉਹ ਕਹਿੰਦੇ ਬਹੁਤ ਸਹੀ ਆ ਪਰ ਫੋਨ ਬਹੁਤ ਯੂਜ਼ ਕਰਦਾ, ਜਦ ਤੋਂ ਮੈਂ ਉਹਨੂੰ ਮਨਾ ਕਰਦਾ ਹੁੰਦਾ। ਅਤੇ ਸੋ ਮੈਂ ਹਿਸਾਬ ਲਾ ਲਿਆ ਕਿ ਮਿੱਤਰਾ ਆਪਾਂ ਵੀ ਫੋਨ ਆਪਣੀ ਜੇਬ ਦੇ ਵਿੱਚ ਹੀ ਰੱਖਣਾ। ਮੈਂ ਸ਼ਾਰਟਸ ਥਾਂ ਤੋਂ ਇਸ ਕਰਕੇ ਲੈ ਰਿਹਾ ਸੀ ਕਿਉਂਕਿ ਹਰ ਕੁਛ ਹੀ ਫਰੈਂਚ ਦੇ ਵਿੱਚ ਲਿਖਿਆ ਸੀ, ਕੋਈ ਕੀ ਪਬਲਿਕ ਕੀ ਪ੍ਰਾਈਵੇਟ, ਸਭ ਕੁਝ ਹੀ, ਟ੍ਰੈਫਿਕ ਦੇ ਸਾਈਨਸ, ਐਵਰੀਥਿੰਗ। ਇੰਨੀ ਅਗਰੈਸਿਵਲੀ ਤਾਂ ਫਰੈਂਚ ਮੈਂ ਆਈ ਥਿੰਕ ਫਰਾਂਸ ਦੇ ਵਿੱਚ ਯੂਜ਼ ਹੁੰਦੀ ਨਹੀਂ ਦੇਖੀ ਜਿਸ ਤਰ੍ਹਾਂ ਇੱਥੇ ਸੀ। ਉਹਦਾ ਕਾਰਨ ਆਪਾਂ ਨੂੰ ਪਤਾ ਹੀ ਹੈ ਕਿ ਇਹ ਖਿੱਤਾ ਕਦੀ ਫਰਾਂਸ ਦੇ ਥੱਲੇ ਰਿਹਾ ਵਾ, ਪਰ ਮੈਨੂੰ ਹੋਰ ਸੀ ਕਿ ਇਹਦੇ ਬਾਰੇ ਹੋਰ ਜਾਣੀ ਹੈ। ਫਿਰ ਮੈਂ ਇੰਟਰਨੈਟ ਤੋਂ ਕੁਝ ਆਰਟੀਕਲ ਪੜ੍ਹੇ ਅਤੇ ਕੁਝ ਵੀਡੀਓਜ਼ ਦੇਖੇ, ਅਤੇ ਉਹ ਮੈਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦਾ। ਹੋ ਸਕਦਾ ਉਹ ਪੂਰੀ ਸਟੀਕ ਨਾ ਹੋਵੇ, ਤੁਸੀਂ ਖੁਦ ਵੀ ਪੜ੍ਹ ਸਕਦੇ ਆ। ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਕਿਸੇ ਟਾਈਮ ਜਿਹੜੀ ਦੁਨੀਆ ਸੀ ਉਹ ਮੋਸਟਲੀ ਆਕੂਪਾਈਡ ਸੀ ਯੂਰਪੀਅਨਸ ਤੋਂ। ਉਹਦੇ ਵਿੱਚ 4 ਸੁਪਰ ਪਾਵਰਾਂ ਹੁੰਦੀਆਂ ਸੀ, ਇੰਗਲੈਂਡ ਹੋ ਗਿਆ, ਫਰਾਂਸ ਹੋ ਗਿਆ, ਸਪੇਨ ਹੋ ਗਿਆ ਅਤੇ ਪੁਰਤਗਾਲ ਹੋ ਗਿਆ। ਅੱਜ ਦੇ ਜ਼ਮਾਨੇ ਦੇ ਵਿੱਚ ਜਿੱਦਾਂ ਕਹਿੰਦੇ ਆ ਕਿ ਕਿਸੇ ਵੀ ਦੁਨੀਆ ਦੇ ਰਾਜ ਕਰਨ ਵਾਸਤੇ ਤੁਹਾਡੇ ਕੋਲ ਜਿਹੜਾ ਟੈਕਨੋਲੋਜੀ ਆ, ਤੁਹਾਡੇ ਕੋਲ ਜੇ ਸਪੇਸ ਪ੍ਰੋਗਰਾਮ ਤੁਹਾਡਾ ਤਕੜਾ ਵਾ ਤਾਂ ਤੁਸੀਂ ਦੁਨੀਆ 'ਤੇ ਰਾਜ ਕਰੋਗੇ। ਉਹਦੇ ਟਾਈਮ ਇਹ ਧਾਰਨਾ ਸੀ ਅਤੇ ਸੱਚਾਈ ਵੀ ਇਹ ਸੀ ਕਿ ਜਿਹਦੇ ਕੋਲ ਸਮੁੰਦਰੀ ਫਲੀਟ ਜਹਾਜ਼ਾਂ ਦੀ ਜ਼ਿਆਦਾ ਵੱਡੀ ਸੀ, ਉਹ ਦੁਨੀਆ 'ਤੇ ਰਾਜ ਕਰਦਾ ਸੀ। ਉਹ ਦੁਨੀਆ ਦੇ ਵੱਖ-ਵੱਖ ਖਿੱਤਿਆਂ ਜਾਂਦੇ ਸੀ। ਉਸੇ ਤਹਿਤ ਹੀ ਕਹਿੰਦੇ ਵੀ ਅਕੋਰਡਿੰਗਲੀ 1000 ਈਸਵੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਖਿੱਤੇ ਦੇ ਵਿੱਚ ਆਏ ਸੀ ਵਾਈਕਿੰਗਸ, ਪਰ ਉਹਨਾਂ ਦਾ ਸ਼ੋਰ ਨਹੀਂ ਕਿ ਉਹ ਬਿਮਾਰੀ ਤਹਿਤ ਉੱਥੋਂ ਅਲੋਪ ਹੋ ਗਏ ਜਾਂ ਉਹਨਾਂ ਨੇ ਲੋਕਲ ਲੋਕਾਂ ਦੇ ਨਾਲ ਘੁਲ ਮਿਲ ਗਏ, ਮਤਲਬ ਉਹਨਾਂ ਦੇ ਵਿਆਹ ਵੂ ਹੋ ਗਏ ਅਤੇ ਉਹਨਾਂ ਦੇ ਵਿੱਚ ਹੀ ਮਿਕਸ ਹੋ ਗਏ। ਉਸ ਤੋਂ ਬਾਅਦ ਅਰਾਊਂਡ ਈਸਵੀ 1500 ਦੇ ਵਿੱਚ ਇੱਥੇ ਫਰੈਂਚ ਆਏ ਅਤੇ ਫਰੈਂਚਾਂ ਨੇ ਇਹਦਾ ਨਾਂ ਕੈਨੇਡਾ ਰੱਖਿਆ। ਉਹਨਾਂ ਨੇ ਕਿਸੇ ਲੋਕਲ ਦੇ ਮੂੰਹੋਂ ਵਰਡ ਸੁਣ ਲਏ ਸੀ ਕਨਾਟਾ, ਅਤੇ ਉਹਨਾਂ ਨੇ ਉਹਦੇ ਰੀਜਨ ਦਾ ਨਾਂ ਰੱਖਤਾ ਕੈਨੇਡਾ, ਜੋ ਹੌਲੀ ਹੌਲੀ ਬਾਅਦ 'ਚ ਸਾਰੇ ਮੁਲਕ ਦਾ ਹੀ ਨਾਮ ਬਣ ਗਿਆ। 1500 ਈਸਵੀ ਦਾ ਇਹ ਉਹ ਟਾਈਮ ਸੀ ਜਦੋਂ ਅਮਰੀਕਾ ਨੂੰ ਫਿਰ ਇਹਨਾਂ 4 ਸੁਪਰ ਪਾਵਰਾਂ ਨੇ ਇੱਕ ਕੇਕ ਵਾਂਗ ਵੀ ਵੰਡਿਆ ਸੀ। ਪੁਰਤਗੇਸੀਆਂ ਕੋਲ ਮੇਨਲੀ ਬ੍ਰਾਜ਼ੀਲ ਦਾ ਹਿੱਸਾ ਆਇਆ ਸੀ। ਸਪੈਨਿਸ਼ਾਂ ਦੇ ਕੋਲ ਉਹਨਾਂ ਨੇ ਸਟਾਰਟ ਕੀਤਾ ਲੂਜ਼ੀਆਨਾ ਸਟੇਟ ਤੋਂ। ਲੂਜ਼ੀਆਨਾ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਵੀ ਸਟਾਰਟ ਜਿਹੜਾ ਇਹ ਸਾਰੇ ਰੀਜਨ ਨੂੰ ਪਹਿਲਾਂ ਜਿਹੜਾ ਨਾਂ ਦਿੱਤਾ ਸੀ ਉਹਨਾਂ ਨੇ ਨਿਊ ਸਪੇਨ ਹੀ ਦਿੱਤਾ ਸੀ। ਫਿਰ ਇਹ ਸਟੇਟਸ ਬਣੀਆਂ ਲੂਜ਼ੀਆਨਾ, ਫਿਰ ਉਹਨਾਂ ਟੈਕਸਸ ਨੂੰ ਨਿਊ ਫਿਲਪਾਈਨਸ ਕਿਹਾ, ਕੈਲੀਫੋਰਨੀਆ, ਨਿਊ ਮੈਕਸੀਕੋ, ਅਤੇ ਥੱਲੇ ਵੱਲ ਨੂੰ ਸਾਊਥ ਅਮਰੀਕਾ ਦੀਆਂ ਜਿੰਨੀਆਂ ਵੀ ਕੰਟਰੀਆਂ। ਅਤੇ ਫਰੈਂਚ ਨੇ ਆਪਣਾ ਇੱਥੇ ਕਿਊਬਿਕ ਤੋਂ ਆਪਣੇ ਆਪ ਨੂੰ ਐਕਸਪੈਂਡ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਪਿੱਛੋਂ ਫਲੀਟ ਆ ਰਹੀ ਸੀ, ਉਹਨਾਂ ਦੇ ਰਾਜ ਵੱਲੋਂ ਹੁਕਮ ਸੀ ਕਿ ਆਪਾਂ ਇੱਥੇ ਜਿਹੜੀ ਆਪਣੀ ਵਸੋਂ ਆ ਉਹ ਸੰਘਣੀ ਕਰਨੀ ਆ। ਇਸ ਕਰਕੇ ਕਈ ਸ਼ਿਪ, ਮੈਂ ਹਿਸਟਰੀ ਪੜ੍ਹੀ ਕਿ ਕਈ ਸ਼ਿਪ ਜਸਟ ਔਰਤਾਂ 'ਤੇ ਭੇਜੀ ਜਾਂਦੇ ਸੀ ਤਾਂ ਜੋ ਵੱਧ ਬੱਚਿਆਂ ਨੂੰ ਜਨਮ ਦੇ ਸਕਣ ਅਤੇ ਆਪਾਂ ਉੱਥੇ ਹੋਰ ਆਪਣੀ ਆਬਾਦੀ ਜਿਹੜੀ ਸੰਘਣੀ ਹੋ ਸਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਦੂਸਰੀ ਸਾਈਡ ਤੋਂ ਬ੍ਰਿਟਿਸ਼ ਜਿਨ੍ਹਾਂ ਨੇ ਵਰਜੀਨੀਆ ਤੋਂ ਸਟਾਰਟ ਕੀਤਾ ਸੀ ਅਤੇ ਉਹਨਾਂ ਦੇ ਨਾਲ ਇਹਨਾਂ ਦਾ ਰਿਲੇਸ਼ਨ ਕਦੀ ਵੀ ਸੁਖਾਵੇਂ ਨਹੀਂ ਰਿਹਾ ਫਰਾਂਸ ਅਤੇ ਇੰਗਲੈਂਡ ਦੇ। ਕਹਿੰਦੇ ਕਿ ਜਦੋਂ ਪਹਿਲੀ ਵਾਰੀ ਇੱਥੇ ਆਏ ਫਰੈਂਚ, ਦੂਸਰੀ ਵਾਰੀ ਆਏ, ਪਰ ਤੀਸਰੀ ਵਾਰੀ ਉਹਨਾਂ ਦਾ ਕਿੰਗ ਉਹਨਾਂ ਨੂੰ ਇਹਦੀ ਆਗਿਆ ਨਹੀਂ ਸੀ ਦਿੰਦਾ। ਉਹ ਕਹਿੰਦਾ ਸੀ ਇਹ ਫਾਇਦੇ ਦਾ ਸੌਦਾ ਨਹੀਂ ਹੈਗਾ ਟ੍ਰਿਪ, ਕਿਉਂਕਿ ਉਹਦੇ ਟਾਈਮ ਜਿਹੜੀ ਦੁਨੀਆ ਲਈ ਜਿਹੜੀ ਐਕਸਪੈਂਸਿਵ ਜਿਹੜੀ ਕਰੰਸੀ ਸੀ ਉਹ ਹੈਗੀ ਸੀ ਸਿਲਕ ਅਤੇ ਸਪਾਈਸਿਸ, ਉਹ ਹੈਗੇ ਸੀ ਇੰਡੀਆ ਜਾਂ ਚਾਈਨਾ ਕੋਲ। ਇਸੇ ਕਰਕੇ ਇਹਨਾਂ ਦੋਨਾਂ ਹੀ ਮੁਲਕਾਂ 'ਤੇ ਸਾਰਿਆਂ ਦੀ ਆਲਵੇਜ਼ ਅੱਖ ਰਹੀ ਸੀ। ਫਰੈਂਚ ਦੇ ਤੀਸਰੇ ਗੇੜੇ ਦੇ ਵਿੱਚ ਉਹਨਾਂ ਨੂੰ ਇੱਕ ਬਿਜ਼ਨਸ ਇੱਥੇ ਫਾਇਦੇਮੰਦ ਲੱਭ ਗਿਆ ਸੀ, ਉਹ ਸੀ ਖੱਲਾਂ ਦਾ, ਜਿਹਦੇ ਵਿੱਚ ਮੇਨਲੀ ਸੀ ਇੱਥੋਂ ਦੇ ਨੈਸ਼ਨਲ ਐਨੀਮਲ ਬੀਵਰ ਦੀ ਖੱਲ ਅਤੇ ਹੋਰ ਵੀ ਜੰਗਲੀ ਜੀਵਾਂ ਦੀ ਖੱਲ। ਸੋ ਇਸੇ ਟਰੇਡ ਨੇ ਬਾਅਦ ਦੇ ਵਿੱਚ ਇਹਨੂੰ ਇੱਕ ਮੇਨ ਪੁਆਇੰਟ ਬਣਾ ਦਿੱਤਾ। ਅਰਾਊਂਡ 1700 ਤੱਕ ਇਹਨਾਂ ਦੀਆਂ ਛੋਟੀਆਂ ਮੋਟੀਆਂ ਜੰਗਾਂ ਚੱਲਦੀਆਂ ਰਹੀਆਂ ਬਿਟਵੀਨ ਫਰੈਂਚ ਅਤੇ ਇੰਗਲਿਸ਼, ਜਿਹਦੇ ਵਿੱਚ ਜਿਹੜੇ ਮੇਨ ਵਿਚਾਰੇ ਮਰਨ ਵਾਲੇ ਹੁੰਦੇ ਸੀ ਉਹ ਉੱਥੋਂ ਦੇ ਮੂਲ ਨਿਵਾਸੀ ਹੀ ਹੁੰਦੇ ਸੀ, ਜਿਹੜੇ ਕਈ ਕਬੀਲਿਆਂ ਦੇ ਵਿੱਚ ਵੰਡੇ ਪਏ ਸੀ, ਅਤੇ ਉਹ ਕੁਝ ਕਬੀਲੇ ਇੰਗਲਿਸ਼ ਵੱਲੋਂ ਲੜਦੇ ਸੀ ਅਤੇ ਕੁਝ ਕਬੀਲੇ ਫਰੈਂਚ ਵੱਲੋਂ ਲੜਦੇ ਸੀ। ਪਰ ਫਾਈਨਲੀ ਜਿਹੜੀ ਕਿਊਬਿਕ ਸਟੇਟ ਸੀ, ਸਿਟੀ ਸੀ, ਉਹ ਲੂਜ਼ ਹੋ ਗਈ ਇੰਗਲਿਸ਼ ਨੂੰ। ਅਤੇ ਪਰ ਉਸ ਦੇ ਬਾਵਜੂਦ ਵੀ ਇਹਨਾਂ ਦੋਵਾਂ ਸੁਪਰ ਪਾਵਰਾਂ ਦੇ ਵਿੱਚ ਮੁਆਵਜ਼ਾ ਹੋਇਆ ਕਿ ਜਿਹੜਾ ਫਾਈਨਲ ਸੁਪੀਰੀਅਰ ਲਾਅ ਵਾ ਉਹ ਤਾਂ ਸਾਡਾ ਹੀ ਰਹੂਗਾ, ਵੀ ਜਿਹੜਾ ਰੂਲ ਆ ਉਹ ਸਾਡਾ ਰਹੂਗਾ, ਪਰ ਜਿਹੜਾ ਲਾਅ ਆਫ ਕੋਰਟ ਆ ਉਹ ਫਰੈਂਚ ਹੀ ਰਹੂਗਾ। ਤੁਹਾਡੀ ਬੋਲੀ ਨੂੰ ਵੀ
ਮੇਨ ਰੱਖਿਆ ਜਾਊਗਾ। ਜੋ ਤੁਹਾਡੇ ਇੱਥੋਂ ਦੇ ਲਾਅ ਆ ਫਰਾਂਸ ਦੇ ਜੋ ਵੀ ਤੁਸੀਂ ਇੰਪਲੀਮੈਂਟ ਕੀਤੇ ਉਹ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਅਤੇ ਇੱਦਾਂ ਹੀ ਉਦੋਂ ਦੀ ਇੱਥੇ ਫ੍ਰੈਂਚ ਚੱਲਦੀ ਆ ਰਹੀ ਹੈ। ਲਾਸਟ ਕਹਿੰਦੇ ਰੈਫਰੈਂਡਮ ਦੇ ਵਿੱਚ ਆਲਮੋਸਟ ਕਿਊਬਿਕ ਵੱਖ ਹੋ ਚੱਲਿਆ ਸੀ। ਜਸਟ ਜਦੋਂ ਵੱਡੀ ਸਿਟੀ ਦੇ ਵਿੱਚ ਵੋਟਾਂ ਗਈਆਂ ਜਿਹਦੇ ਵਿੱਚ ਇਮੀਗ੍ਰੈਂਟਸ ਦੀਆਂ ਜ਼ਿਆਦੀਆਂ ਵੋਟਾਂ ਸੀ ਉਹਦੇ ਕਰਕੇ ਹੀ ਬਚ ਗਿਆ, ਨਹੀਂ ਤਾਂ ਕਿਊਬਿਕ ਨੇ ਕੈਨੇਡਾ ਨਾਲੋਂ ਵੱਖ ਹੋ ਜਾਣਾ ਸੀ। ਸੋ ਜਿਹੜੀ ਹਿਸਟਰੀ ਆ ਬੜੀ ਇੰਟਰਸਟਿੰਗ ਅਤੇ ਬੜੀ ਲੰਮੀ ਆ, ਪਰ ਮੈਂ ਕਾਹਲੀ ਬੋਲ ਕੇ ਇੰਨੇ ਕੁ ਸਮੇਂ ਦੇ ਵਿੱਚ ਜਿੰਨੀ ਵੀ ਫਿੱਟ ਕਰ ਸਕਿਆ ਉਨੀ ਕੁ ਕੀਤੀ ਆ। ਅਤੇ ਇਹੋ ਹੀ ਮੇਰੀ ਇੱਕ ਦਿਨ ਦੀ ਇੱਥੇ ਸਟੇ ਸੀ ਮੌਂਟਰੀਅਲ। ਸੋ ਨੈਕਸਟ ਡੇ ਅਰਲੀ ਮੋਰਨਿੰਗ ਮੈਂ ਵਾਪਸ ਏਅਰਪੋਰਟ ਨੂੰ ਜਾ ਰਿਹਾ ਸੀ। ਇੱਥੋਂ ਮੇਰੀ ਫਲਾਈਟ ਸੀ ਹੁਣ ਅੱਗੇ ਟੋਰਾਂਟੋ ਦੀ। ਟੋਰਾਂਟੋ ਮੈਨੂੰ ਮਿਲਣਾ ਸੀ ਨਵਤੇਜ ਭਾਜੀ ਹੁਣਾਂ ਨੇ, ਉਹਨਾਂ ਨੇ ਅੱਗੇ ਲੈਣ ਆਉਣਾ ਸੀ। ਇੱਥੋਂ ਛੋਟੀ ਜਿਹੀ ਫਲਾਈਟ ਸੀ ਮੇਰੇ ਖਿਆਲ ਦੇ ਨਾਲ, ਜਸਟ 1.25 ਘੰਟੇ ਦੀ ਫਲਾਈਟ ਸੀ।